ਹੌਬੀ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਝੂਠਾ ਪਰਚਾ ਦਰਜ। ਮੈਂ ਇੱਕ ਓਪਨ ਚੈਲੰਜ ਪਹਿਲਾਂ ਇਹ ਕਰ ਲੱਗਿਆ ਕਿ ਮੇਰਾ ਉਸ ਤਰਖਾਣ ਮਾਜਰੇ ਵਾਲੇ ਪਰਿਵਾਰ ਦੇ ਨਾਲ ਪਰਿਵਾਰਕ ਰਿਸ਼ਤਾ ਮਤਲਬ ਖੂਨ ਦਾ ਰਿਸ਼ਤਾ ਕਿਸੇ ਵੀ ਤਰੀਕੇ ਨਾਲ ਪ੍ਰੂਫ ਹੁੰਦਾ ਤਾਂ ਮੈਂ ਦੇਣਦਾਰ, ਮੈਂ ਕਸੂਰਵਾਰ। ਅੱਜ ਪ੍ਰੈਸ ਰਿਪੋਰਟਰ ਸਾਹਿਬ ਆਏ ਹੋਏ ਨੇ ਕਈ ਸਾਡੇ ਇਲਾਕੇ ਤੋਂ, ਮੇਰੇ ਉਚੇਚੇ ਸੱਦੇ, ਕਿਉਂਕਿ ਕੱਲ ਪਰਸੋਂ ਤੋਂ ਲੈ ਕੇ ਫੇਸਬੁੱਕ ਤੇ ਬੜਾ ਰੌਲਾ ਪੈ ਰਿਹਾ ਮੇਰੇ ਖਿਲਾਫ ਬੋਲਿਆ ਜਾ ਰਿਹਾ। ਸਾਡਾ ਪਿੰਡ 30 ਕੁ ਘਰਾਂ ਦਾ ਨਿੱਕਾ ਜਿਹਾ ਪਿੰਡ ਹੈ, ਚਪੜੌਦਾ ਡਿਸਟ੍ਰਿਕਟ ਸੰਗਰੂਰ ਅਮਰਗੜ੍ਹ ਦੇ ਕੋਲੇ ਪੈਂਦਾ, ਤੇ ਅੱਜ ਵੀ 30-32 ਹੀ ਘਰ ਨੇ ਇਸ ਪਿੰਡ। ਇੱਕ ਕੋਈ ਪਰਿਵਾਰ ਚਲਿਆ ਜਾਂਦਾ ਤਾਂ ਦੂਸਰੇ ਪਰਿਵਾਰ ਦੇ ਦੋ ਭਰਾ ਇੱਕ ਹੋਰ ਘਰ ਬਣਾ ਲੈਂਦੇ। ਸਾਡੇ ਉਸ ਪਰਿਵਾਰ ਨਾਲ ਸੰਬੰਧ ਕਿੱਦਾਂ ਦੇ ਸੀ, ਸਾਡਾ ਉਸ ਪਰਿਵਾਰ ਨਾਲ ਪਿਆਰ ਕਿੰਨਾ ਕੁ ਸੀ, ਇਸ ਗੱਲ ਨੂੰ ਛਿੱਕੇ ਟੰਗੋ, ਦਫਾ ਕਰੋ, ਬੰਦ ਕਰੋ, ਪਰ ਸਾਡਾ ਪਰਿਵਾਰ ਉੱਥੇ ਜਾ ਕੇ ਨਹੀਂ ਖੜਿਆ। ਇੱਕ ਘਟਨਾ ਤੋਂ ਦੱਸੋ, ਇੱਕ ਘਟਨਾ, ਕੋਈ ਇੱਕ ਘਟਨਾ। ਅਦਰਵਾਈਜ਼ ਉਹ ਕੇਸ ਅਸੀਂ ਲੜਿਆ ਵੀ ਤੇ ਅਖੀਰ 'ਚ ਜਿੱਤਿਆ ਵੀ। ਅਦਰਵਾਈਜ਼ ਉਸ ਤੋਂ ਬਿਨਾਂ ਸਾਡੇ ਪਰਿਵਾਰ ਦੇ ਖਿਲਾਫ ਕਿਸੇ ਵੀ ਥਾਣੇ ਦੇ ਵਿੱਚ ਕੋਈ ਵੀ ਕੇਸ ਰਜਿਸਟਰ ਨਹੀਂ। ਬੱਲੀਆਂ ਚੁਗਦੇ ਆ, ਦੁਨੀਆ ਹੀ ਚੁਗਦੀ ਹੈ, ਬੱਲੀਆਂ ਚੁਗਣ ਦਾ ਰਿਵਾਜ ਹੈ। ਗਰੀਬ ਪਰਿਵਾਰ ਜਾ ਕੇ ਕਿਸਾਨ ਦੇ ਖੇਤ 'ਚੋਂ ਵੱਢੀ ਹੋਈ ਕਣਕ 'ਚੋਂ ਬੱਲੀਆਂ ਜੇ ਕੋਈ ਡਿੱਗ ਜਾਂਦੇ ਉਹ ਚੱਕ ਲਿਆਉਂਦਾ, 2 ਮਣ ਦਾਣੇ ਨਿਕਲੇ, ਕੋਈ ਗੱਲ ਨਹੀਂ, ਕੋਈ ਫਿਕਰ ਨਹੀਂ, ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ। ਔਰ ਜਿੰਦੇ ਦੇ ਖੇਤ 'ਚ ਥ੍ਰੈਸ਼ਰ ਲਾ ਕੇ ਉਹ ਬੱਲੀਆਂ ਕੱਢੀਆਂ। ਥ੍ਰੈਸ਼ਰ ਕਿਹਦਾ ਸੀ, ਟਰੈਕਟਰ ਕਿਹਦਾ ਸੀ, ਉੱਥੇ ਲੇਬਰ ਕੌਣ ਸੀ, ਮੂੰਹ ਬੰਨੇ ਹੋਏ ਸੀ, ਇਸ ਕਰਕੇ ਅਣਪਛਾਤੇ ਕੁਛ ਬੰਦਿਆਂ ਦੀ ਸਿਆਣਪ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਲੋਕ ਦੇਖ ਰਹੇ ਹੋ ਜਾਂ ਦੇਖੋਗੇ, ਪਰ ਗੱਲਬਾਤ ਲੰਬੀ ਹੋਣੀ ਹੈ। ਮੈਂ ਇਸ ਵਕਤ ਆਪ ਦੇ ਪਿੰਡ ਚਪੜੌਦੇ ਬੈਠਾ, ਡਿਸਟ੍ਰਿਕਟ ਸੰਗਰੂਰ ਦੇ ਵਿੱਚ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜੇ ਲੋਕ ਦੇਖ ਰਹੇ ਨੇ, ਜਿਹੜੇ ਕਮੈਂਟਸ ਕਰਨਗੇ ਜਾਂ ਕਰ ਰਹੇ ਨੇ। ਅੱਜ ਪ੍ਰੈਸ ਰਿਪੋਰਟਰ ਸਾਹਿਬ ਆਏ ਹੋਏ ਨੇ ਕਈ ਸਾਡੇ ਇਲਾਕੇ ਤੋਂ, ਮੇਰੇ ਉਚੇਚੇ ਸੱਦੇ ਤੇ, ਕਿਉਂਕਿ ਕੱਲ ਪਰਸੋਂ ਤੋਂ ਲੈ ਕੇ ਫੇਸਬੁੱਕ ਤੇ ਬੜਾ ਰੌਲਾ ਪੈ ਰਿਹਾ ਮੇਰੇ ਖਿਲਾਫ ਬੋਲਿਆ ਜਾ ਰਿਹਾ। ਮੈਂ ਥੋੜ੍ਹੀ ਜਿਹੀ ਆਪਦੀ ਇੰਟਰੋਡਕਸ਼ਨ ਦੇ ਦਿਆਂ, ਆਪਦੇ ਪਰਿਵਾਰ ਬਾਰੇ ਦੱਸ ਦਿਆਂ ਕਿ ਚਪੜੌਦਾ ਪਿੰਡ ਨੂੰ 47 ਦਾ ਜਦੋਂ ਮੁਲਕ ਦੀ ਵੰਡ ਹੋਈ ਸੀ ਉਦੋਂ ਸਾਨੂੰ ਅਲਾਟ ਹੋਇਆ ਸੀ, ਔਰ ਜ਼ਮੀਨ ਸਾਨੂੰ ਮਿਲੀ ਸੀ ਇੱਥੇ ਕਾਫੀ। ਮੇਰਾ ਪਰਿਵਾਰ, ਮੇਰੇ ਫਾਦਰ ਸਾਹਿਬ, ਇਹ ਮੈਂ ਜੱਦੀ ਘਰ ਹੈ ਸਾਡਾ, ਅਸੀਂ ਉਹਦੇ ਅੰਦਰਲੇ ਵਿਹੜੇ 'ਚ ਬੈਠੇ ਹਾਂ। ਮੈਂ ਦਿਖਾਊਂਗਾ ਤੁਹਾਨੂੰ ਬਾਅਦ 'ਚੋਂ, ਬਾਹਰ ਵਿਹੜਾ ਲਿਆਓ, ਪਹਿਲਾਂ ਮੈਂ ਦਿਖਾ ਦਿਆਂ ਤੁਹਾਨੂੰ ਮੇਰਾ ਘਰ। ਆ ਮੇਰਾ ਘਰ ਹੈ ਜੀ, ਪਿੱਛੇ ਆ ਵਿਹੜਾ ਹੈ, ਤੇ ਉਹ ਜਿਹੜਾ ਘਰ ਹੈ ਇਹਨੂੰ ਅਸੀਂ ਡੰਗਰਾਂ ਵਾਲਾ ਘਰ ਕਹਿੰਦੇ ਹੁੰਦੇ ਸੀ। ਇੱਧਰ ਡੰਗਰ ਹੁੰਦੇ ਸੀਗੇ, ਤੇ ਇੱਧਰ ਸਾਡਾ ਇੱਕ ਰੂੜੀ ਵਾਲਾ ਥਾਂ ਹੈ, ਉੱਥੇ ਰੂੜੀ ਹੁੰਦੀ ਸੀ। ਆ ਬਾਹਰਲੇ ਵਿਹੜੇ 'ਚ ਮੈਂ ਹੈਗਾ। ਹੁਣ ਮੈਂ ਚੱਲਿਆ ਜੀ ਅੰਦਰ। ਗੱਲ ਕਰੀਏ ਤਾਂ 1947 ਤੋਂ ਲੈ ਕੇ ਪਿੰਡ ਹੀ ਅਸੀਂ ਰਹਿੰਦੇ ਹਾਂ, ਸਾਡਾ ਪਰਿਵਾਰ ਪਿੰਡ ਰਹਿੰਦਾ, ਪਰ ਪਰਿਵਾਰ ਦੀ ਸਹਿਮਤੀ ਦੇ ਨਾਲ ਔਰ ਅਗਲੀ ਜ਼ਿੰਦਗੀ ਬਿਹਤਰ ਕਰਨ ਦੇ ਲਈ ਮੈਂ ਆਲਮੋਸਟ 1991-92 'ਚ ਮਲੇਰਕੋਟਲੇ ਸ਼ਿਫਟ ਹੋ ਗਿਆ ਸੀ। ਉੱਥੇ ਇੱਕ ਇੰਸੀਡੈਂਟ ਹੋਇਆ, ਅਤੇ ਉਸ ਤੋਂ ਬਾਅਦ ਫਿਰ ਮੈਂ 20-22 ਪਹਿਲਾਂ ਪਟਿਆਲੇ ਸ਼ਿਫਟ ਹੋ ਗਿਆ। ਇਨ ਬਿਟਵੀਨ ਮੈਨੂੰ 6 ਮਹੀਨੇ ਪਿੰਡ ਰਹਿਣ ਦਾ ਮੌਕਾ ਮਿਲਿਆ, ਜਦੋਂ ਮਲੇਰਕੋਟਲੇ ਤੋਂ ਅਸੀਂ ਆ ਗਏ ਸੀ, ਪਰ ਹਲੇ ਪਟਿਆਲੇ ਮੂਵ ਨਹੀਂ ਸੀ ਹੋਏ। ਸਾਡਾ ਪਿੰਡ 30 ਕੁ ਘਰਾਂ ਦਾ ਨਿੱਕਾ ਜਿਹਾ ਪਿੰਡ ਹੈ, ਚਪੜੌਦਾ ਡਿਸਟ੍ਰਿਕਟ ਸੰਗਰੂਰ ਅਮਰਗੜ੍ਹ ਦੇ ਕੋਲੇ ਪੈਂਦਾ, ਤੇ ਅੱਜ ਵੀ 30-32 ਹੀ ਘਰ ਨੇ ਇਸ ਪਿੰਡ 'ਚ। ਇੱਕ ਕੋਈ ਪਰਿਵਾਰ ਚਲਿਆ ਜਾਂਦਾ ਤਾਂ ਦੂਸਰੇ ਪਰਿਵਾਰ ਦੇ ਦੋ ਭਰਾ ਇੱਕ ਹੋਰ ਘਰ ਬਣਾ ਲੈਂਦੇ ਨੇ। ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਮੇਰੇ ਵੱਡੇ ਬ੍ਰਦਰ ਨੇ, ਉਹੀ ਖੇਤੀ ਸੰਭਾਲਦੇ ਨੇ ਮੇਰੀ, ਤੇ ਪੋਲਟਰੀ ਫਾਰਮ ਉਹਨਾਂ ਦਾ।
मैं 1983 ਦੇ ਵਿੱਚ ਜਦੋਂ ਗੱਭਰੂ ਜਿਹਾ ਹੋਇਆ, ਖੇਤੀਬਾੜੀ ਦੇ ਕੰਮ 'ਚ ਹੱਥ ਵਟਾਉਣ ਲੱਗਿਆ ਵੀਰ ਜੀ ਦਾ, ਪਾਪਾ ਜੀ ਹੋਰਾਂ ਦਾ, ਤਾਂ ਉਦੋਂ ਇੱਕ ਝਿੜੀ ਅਸੀਂ ਸਾਫ਼ ਕੀਤੀ। ਝਿੜੀ ਆਪ ਮੁਹਾਰੇ ਉੱਗੇ ਹੋਏ ਬੇਰਾਂ ਦੇ ਦਰਖਤ, ਪਲਾਹਾਂ ਦੇ ਦਰਖਤ, ਨਿੰਮਾਂ ਵੀ ਸੀ ਉਹਦੇ 'ਚ, ਕੁਛ ਡੇਕਾਂ ਸੀ ਟਿੱਬੇ ਦੇ ਉੱਤੇ, ਅਤੇ ਉਹਨੂੰ ਪੱਟ ਕੇ ਅਸੀਂ ਸਾਰੀ ਲੱਕੜ, ਮੈਨੂੰ ਯਾਦ ਹੈ ਕਿ ਕੁਛ ਡੰਗਰਾਂ ਵਾਲੇ ਘਰੇ ਅਤੇ ਕੁਛ ਰੂੜੀ ਵਾਲੇ ਥਾਂ 'ਤੇ ਪਾਪਾ ਜੀ ਨੇ ਰਖਵਾਤੀ। ਉਹਦਾ ਜਿੰਨਾ ਬਾਲਣ ਸੀ ਉਹ ਮੌਕੇ 'ਤੇ ਹੀ ਸਾਰੇ ਪਿੰਡ 'ਚ ਵੰਡ ਦਿੱਤਾ ਗਿਆ ਸੀ, ਹੋਕਾ ਦਿੱਤਾ ਗਿਆ ਸੀ, ਭਾਈ ਲੈ ਆਓ ਜਿਹਨੂੰ ਚਾਹੀਦਾ। ਅਤੇ ਲੱਕੜ ਸਾਨੂੰ 2 ਫੁੱਟ ਵੀ ਸਾਡੇ ਬਾਪੂ ਜੀ ਨੇ ਵੇਚਣ ਨਹੀਂ ਦਿੱਤੀ। ਕੱਲ੍ਹ ਵੀ ਮੈਂ ਆਇਆ ਸੀ ਪਿੰਡ, ਅਤੇ ਜਿਹੜੀ ਵੀਡੀਓ ਪਾਈ ਸੀ ਉਹ ਮੈਂ ਪਿੰਡ ਦੇ ਘਰੇ ਡਰਾਇੰਗ ਰੂਮ 'ਚੋਂ ਛੋਟੀ ਜਿਹੀ ਇੱਕ ਕਲਿੱਪ ਫੇਸਬੁੱਕ 'ਤੇ ਪਾਈ ਸੀ ਕਿ ਕੱਲ੍ਹ ਨੂੰ ਲਾਈਵ ਹੋ ਕੇ ਮੈਂ ਦੱਸੂਗਾ ਸਾਰਾ ਹਾਲ। ਕੱਲ੍ਹ 3 ਮਈ ਸੀ ਅਤੇ ਮੇਰੇ ਮਦਰ ਦੀ ਡੈਥ ਹੋਇਆਂ ਨੂੰ ਪੂਰੇ 12 ਸਾਲ ਹੋਏ ਸੀ, ਤਾਂ ਉਸ ਕਰਕੇ ਮੈਂ ਬਾਪੂ ਜੀ ਨੂੰ ਮੱਥਾ ਟੇਕਣ ਆਇਆ ਸੀ। ਸਾਡੇ ਫਾਦਰ ਸਾਹਿਬ ਇੱਥੇ ਹੀ ਰਹਿੰਦੇ ਨੇ ਪਿੰਡ, ਇਸੇ ਘਰ 'ਚ, ਅਤੇ ਵੀਰ ਜੀ ਨੇ ਪੋਲਟਰੀ ਫਾਰਮ ਕਰਕੇ ਹੁਣ ਬਾਹਰ ਫਾਰਮ ਹਾਊਸ ਵੀ ਬਣਾ ਲਿਆ, ਇੱਥੇ ਵੀ ਹੁੰਦੇ ਨੇ, ਉਹ ਇੱਥੇ ਹੀ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ। ਅਤੇ ਉਹ ਲੱਕੜ 'ਚੋਂ ਸਾਨੂੰ 2 ਫੁੱਟ ਵੀ ਕਿਸੇ ਨੂੰ ਵੇਚਣ ਨਹੀਂ ਦਿੱਤੀ। ਅਤੇ ਜਦੋਂ ਵੀ ਉਸ ਦਿਨ ਤੋਂ ਲੈ ਕੇ ਪਿਛਲੇ 4 ਸਾਲ ਪਹਿਲਾਂ ਲੱਕੜ ਖਤਮ ਹੋਈ ਹੈ, ਤਾਂ ਇਹਦੇ ਵਿੱਚ ਪਾਪਾ ਜੀ ਵੱਲੋਂ ਖੁੱਲ੍ਹਾ ਸੱਦਾ ਸੀ, ਕਿਸੇ ਵੀ ਘਰ ਦੇ ਵਿੱਚ ਲੰਗਰ, ਖੁਸ਼ੀ ਦਾ, ਗਮੀ ਦਾ ਕੋਈ ਚਾਹੀਦੀ ਹੈ ਤਾਂ ਲੱਕੜ ਇੱਥੋਂ ਲਿਜਾ ਸਕਦਾ। ਮੈਂ ਅੱਜ ਵੀ ਚਾਹੁੰਦਾ ਕਿ, ਸੋਚਦਾ, ਮੇਰੀ ਅਰਦਾਸ ਹੈ ਕੋਈ ਵੀ ਅਣਿਆਈ ਮੌਤ ਨਾ ਮਰੇ, ਪਰ ਜਿਹਨੇ ਜੰਮਿਆ ਉਹਨੇ ਮਰਨਾ ਹੈ, ਜੋ ਵੀ ਜੰਮਿਆ। ਸੋ ਪਰ ਜਿਹੜਾ ਵੀ ਸਾਡੇ ਪਿੰਡ 'ਚ ਮਰ ਗਿਆ, ਉਹਦੇ ਸੰਸਕਾਰ ਵਾਸਤੇ ਲੱਕੜ ਇੱਥੋਂ ਹੀ ਜਾਂਦੀ ਰਹੀ ਹੈ। ਦੂਸਰੀ ਗੱਲ, ਪਿੰਡ ਦੇ ਵਿੱਚ 1949 ਤੋਂ ਲੈ ਕੇ ਹੁਣ ਤੱਕ, ਕਿਉਂਕਿ 47 'ਚ ਸਾਨੂੰ ਜ਼ਮੀਨ ਕਿਤੇ ਹੋਰ ਪਿੰਡ 'ਚ ਮਿਲੀ ਸੀ, ਫਿਰ ਅਸੀਂ 49 'ਚ ਆ ਕੇ ਐਕਚੁਅਲੀ ਸੈਟਲ ਹੋ ਗਏ ਸੀ ਇਸ ਪਿੰਡ ਦੇ ਵਿੱਚ, ਘਰ ਬਣਾ ਲਿਆ ਸੀ। 49 ਤੋਂ ਲੈ ਕੇ ਹੁਣ ਤੱਕ ਸਾਡੇ ਪਿੰਡ 'ਚ ਬਹੁਤ ਖੁਸ਼ੀਆਂ, ਬਹੁਤ ਗਮੀਆਂ, ਬਹੁਤ ਮਾੜੀਆਂ ਹੋਈਆਂ ਹੋਣਗੀਆਂ ਪਰਿਵਾਰਾਂ 'ਚ। ਮੈਂ ਓਪਨ ਚੈਲੰਜ, ਰੱਬ ਤੋਂ ਡਰ ਕੇ, ਕਿਸੇ ਹੰਕਾਰ ਤੋਂ ਬਿਨਾਂ ਓਪਨ ਚੈਲੰਜ ਕਰਦਾ ਕਿ ਪਿੰਡ 'ਚ ਜੇ 1000 ਨਹੀਂ, 100 ਨਹੀਂ, 10 ਮਾੜੀਆਂ ਘਟਨਾਵਾਂ ਹੋਈਆਂ ਨੇ, ਕੋਈ ਕਿਸੇ ਪਰਿਵਾਰ ਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਬੇਹੱਦ ਬਿਮਾਰ ਹੋ ਗਿਆ, ਕੋਈ ਮਰਗਤ ਹੋ ਗਈ, ਸਾਡੇ ਉਸ ਪਰਿਵਾਰ ਨਾਲ ਸੰਬੰਧ ਕਿੱਦਾਂ ਦੇ ਸੀ, ਸਾਡਾ ਉਸ ਪਰਿਵਾਰ ਨਾਲ ਪਿਆਰ ਕਿੰਨਾ ਕੁ ਸੀ, ਇਸ ਗੱਲ ਨੂੰ ਛਿੱਕੇ ਟੰਗੋ, ਦਫਾ ਕਰੋ, ਬੰਦ ਕਰੋ। ਪਰ ਸਾਡਾ ਪਰਿਵਾਰ ਉੱਥੇ ਜਾ ਕੇ ਨਹੀਂ ਖੜਿਆ। ਇੱਕ ਘਟਨਾ ਤਾਂ ਦੱਸੋ, ਇੱਕ ਘਟਨਾ, ਕੋਈ ਇੱਕ ਘਟਨਾ। ਮੈਂ ਚਪੜੌਦੇ ਪਿੰਡ 'ਚੋਂ ਜਿਹੜੇ ਆਪ ਦੀ ਤਰੱਕੀ ਕਰਨ ਵਾਸਤੇ ਬਾਹਰ ਚਲੇ ਗਏ ਨੇ, ਉਹਨਾਂ ਨੂੰ ਵੀ ਕਹਿਣਾ, ਜਿਹੜੇ ਪਿੰਡ 'ਚ ਹੁਣ ਵੱਸਦੇ ਨੇ ਉਹਨਾਂ ਨੂੰ ਵੀ ਕਹਿਣਾ, ਮੇਰੇ ਪ੍ਰੈਸ ਰਿਪੋਰਟਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਵੀ ਕਹਿਣਾ ਕਿ ਪੁੱਛ ਲਓ, ਕਿਸੇ ਵੀ ਇੱਕ ਫੈਮਿਲੀ ਦੇ ਫੰਕਸ਼ਨ ਦੇ ਵਿੱਚ ਜਿੱਥੇ ਲੋੜ ਸੀ ਸਾਡੇ ਪਰਿਵਾਰ ਦੀ, ਸਾਡਾ ਪਰਿਵਾਰ ਜਾ ਕੇ ਮਦਦ ਲਈ ਖੜਿਆ ਨਹੀਂ ਜਾਂ ਹਾਂ ਦਾ ਨਾਰਾ ਮਾਰਿਆ ਨਹੀਂ। ਮੇਰੇ ਫਾਦਰ ਸਾਹਿਬ ਦੇ ਇੱਕ ਸਰਪਲਸ ਦਾ ਕੇਸ ਹੋਇਆ ਸੀ, ਜ਼ਮੀਨ ਜ਼ਿਆਦਾ ਸੀ, ਰੱਖ ਘੱਟ ਸਕਦੇ ਸੀ ਜਦੋਂ ਉਹ ਆਏ ਸੀ। ਅਦਰਵਾਈਜ਼ ਉਹ ਕੇਸ ਅਸੀਂ ਲੜਿਆ ਵੀ ਅਤੇ ਅਖੀਰ 'ਚ ਜਿੱਤਿਆ ਵੀ। ਅਦਰਵਾਈਜ਼ ਉਸ ਤੋਂ ਬਿਨਾਂ ਸਾਡੇ ਪਰਿਵਾਰ ਦੇ ਖਿਲਾਫ ਕਿਸੇ ਵੀ ਥਾਣੇ ਦੇ ਵਿੱਚ ਕੋਈ ਵੀ ਕੇਸ ਰਜਿਸਟਰਡ ਨਹੀਂ ਹੋਇਆ, ਕਿਸੇ ਵੀ ਧਾਰਾ ਦੇ ਤਹਿਤ, ਅਤੇ ਕੋਈ ਪਰਚਾ ਵਿਚਾਰ ਅਧੀਨ, ਜਿਵੇਂ ਕਹਿ ਦਿੰਦੇ ਨੇ, ਕੋਈ ਐਪਲੀਕੇਸ਼ਨ ਹੋਵੇ, ਉਹ ਵੀ ਨਹੀਂ ਹੈ ਬਿਲਕੁਲ ਵੀ। ਅੱਜ ਤੱਕ ਅਸੀਂ ਕਦੇ ਥਾਣਿਆਂ ਕਚਹਿਰੀਆਂ ਦੇ ਚੱਕਰਾਂ 'ਚ ਨਹੀਂ ਪਏ, ਰੱਬ ਪਾਵੇ ਬਣਾ। ਹੁਣ ਆ ਜੋ ਅਜੋਕੀ ਗੱਲ, ਅੱਜ ਦੀ ਇਸ ਚਰਚਾ 'ਤੇ ਗੱਲ ਕਰੀਏ, ਜਿੱਥੇ ਮੈਂ ਇੱਕ ਕਿਸਾਨ ਦਾ ਬੇਟਾ, ਆਪ ਦੀ 12 ਸਾਲ ਦੀ ਸਖਤ ਮਿਹਨਤ ਕਰਕੇ, ਮੈਨੂੰ ਬਹੁਤ ਸਾਰੇ ਪਾਪੜ ਵੇਲਣੇ ਪਏ ਹੋਣਗੇ, ਬਹੁਤ ਲੋਕਾਂ ਦੀਆਂ ਸ਼ਾਇਦ ਮਿਹਨਤਾਂ ਕਰਨੀਆਂ ਪੈਣੀਆਂ ਹੋਣਗੀਆਂ, ਸ਼ਾਇਦ ਕਿਸੇ ਦੀ ਨੌਕਰੀ ਚਾਕਰੀ ਵੀ ਕਰਨੀ ਪਈ ਹੋਊਗੀ, ਤਾਂ ਮੈਨੂੰ ਜਾ ਕੇ ਫਿਲਮਾਂ 'ਚ ਕੰਮ ਮਿਲਿਆ, ਤਾਂ ਤੁਸੀਂ ਮੈਨੂੰ ਪਿਆਰ ਦਿੱਤਾ, ਤਾਂ ਮੈਂ ਇੱਕ ਆਮ ਕਿਸਾਨ ਦਾ ਬੇਟਾ, ਹੌਬੀ ਤੋਂ ਹੌਬੀ ਧਾਲੀਵਾਲ ਬਣ ਗਿਆ। ਨਾਮ ਤਾਂ ਮੇਰਾ ਕੁਛ ਹੋਰ ਹੈ। ਅਤੇ ਗੱਲ ਕਰੀਏ ਇਸ ਪਰਚੇ ਦੀ, ਜਿਹੜਾ ਕੇਸ ਰਜਿਸਟਰਡ ਹੋਇਆ, ਉਹਦੀ ਸੱਚਾਈ ਇਹ ਹੈ ਕਿ ਖਰਬੂਜੇ ਦੀ ਤਾਂ ਗੱਲ ਹੀ ਕੋਈ ਨਹੀਂ। ਮੇਰੇ ਚਾਚਾ ਜੀ ਦਾ ਪਰਿਵਾਰ ਹੈ, ਸਰਦਾਰ ਰਵਿੰਦਰ ਸਿੰਘ, ਉਹਨੂੰ ਬਿੱਲਾ ਸਰਦਾਰ ਕਹਿੰਦੇ ਹੁੰਦੇ ਸੀ, ਅਫਸੋਸ ਉਹ ਇਸ ਦੁਨੀਆ 'ਚ ਨਹੀਂ ਰਹੇ। ਉਹਨਾਂ ਦੇ ਬੇਟੇ ਪਪੀ ਅਤੇ ਜੋਧਾ,
ਪਪੀ ਤੇ ਜੋਧਾ ਦੇ ਨਾਂ ਨਾਲ ਮਸ਼ਹੂਰ ਨੇ। ਮੈਨੂੰ ਜ਼ਿਆਦਾ ਨਾਮ ਅਸੀਂ ਜੋ ਲੈਂਦੇ ਹਾਂ ਉਹੀ ਨਾਮ ਲਊਂਗਾ ਮੈਂ, ਪਿੰਡ ਦੇ ਲੋਕਾਂ ਦਾ ਵੀ ਵਿੱਚ ਜ਼ਿਕਰ ਹੋਊਗਾ ਜਦੋਂ। ਉਹਨਾਂ ਦੀ ਅੱਜ ਪਹਿਲੀ ਤੁੜਾਈ ਹੋ ਰਹੀ ਆ। ਅੱਜ ਖਰਬੂਜਾ ਉਹਨਾਂ ਦੇ ਖੇਤ 'ਚ ਖਰਬੂਜਾ ਹੈ, ਵੀਰ ਜੀ ਦੇ ਖੇਤ 'ਚ ਖਰਬੂਜਾ ਨਹੀਂ ਹੈ, ਕਿਉਂਕਿ ਮੈਂ ਆਪ ਦਾ ਖੇਤ ਕਹਿੰਦੇ ਨਹੀਂ, ਵੀਰ ਜੀ ਦੇ ਨੇ। ਅਤੇ ਅੱਜ ਪਹਿਲੀ ਤੁੜਾਈ ਹੋ ਰਹੀ ਹੈ। ਸੋ ਖਰਬੂਜਾ ਤਾਂ ਤੋੜਿਆ ਹੋਊਗਾ ਜੇ ਪੱਕਿਆ ਹੋਊਗਾ, ਤਾਂ ਪੱਕਿਆ ਹੋਊਗਾ ਤਾਂ ਫਿਰ ਜੱਟ ਵੀ ਤੋੜੂਗਾ ਆਪ, ਠੀਕ ਹੈ। ਹੋ ਸਕਦਾ ਜੇ ਇਹੋ ਜਿਹੀ ਗੱਲ ਹੋਈ ਹੋਊਗੀ, ਜੇ ਗੱਲ ਹੋਈ ਹੋਊਗੀ ਤਾਂ ਹੋ ਸਕਦਾ ਕਿ ਖਰਬੂਜਾ ਕਿੱਥੋਂ ਤੋੜਿਆ, ਪੱਕਾ ਤੋੜਿਆ, ਕੱਚਾ ਤੋੜਿਆ। ਕੱਚਾ ਜੇ ਕੱਚਾ ਸੀ ਤਾਂ 12 ਦਿਨ, ਜੇ ਪੱਕਾ ਸੀ ਤਾਂ 12 ਦਿਨ ਬਾਅਦ ਅੱਜ ਪਹਿਲੀ ਤੁੜਾਈ ਹੋ ਰਹੀ ਹੈ, ਕਿਉਂ? ਖੈਰ, ਸਾਡੇ ਇੱਕ ਪਰਿਵਾਰ ਹੈ ਤਰਖਾਣ ਮਾਜਰਾ, ਅਮਲੋਹ ਦੇ ਕੋਲੇ ਪਿੰਡ ਹੈ, ਉੱਥੋਂ ਇੱਕ ਜੱਟ ਸਿੱਖ ਪਰਿਵਾਰ ਨੇ ਤਕਰੀਬਨ 14-15 ਸਾਲ ਪਹਿਲਾਂ ਆ ਕੇ ਥੋੜ੍ਹੀ ਜਿਹੀ ਜ਼ਮੀਨ ਲੈ ਲਈ, ਔਰ ਮਿਹਨਤ ਕਰਦਿਆਂ ਉਸ ਇਨਸਾਨ ਨੇ, ਜਿੰਦਾ ਕਹਿੰਦੇ ਅਸੀਂ, ਹਰਜਿੰਦਰ ਨਾਮ ਹੈ ਸ਼ਾਇਦ ਉਹਦਾ, ਜਿੰਦੇ ਨੇ ਆਪਦਾ ਵੱਡਾ ਭਰਾ ਵੀ ਗਵਾਇਆ ਹਾਰਟ ਅਟੈਕ ਦੇ ਵਿੱਚ, ਅਤੇ ਆਪਦੇ ਫਾਦਰ ਸਾਹਿਬ ਨੂੰ ਵੀ ਗਵਾਇਆ ਖੇਤੀ ਕਰਦੇ। ਔਰ ਜਿੰਦਾ ਆਪ ਵੀ ਹਾਰਟ ਦਾ ਪੇਸ਼ੈਂਟ ਹੈ, ਸਟੰਟ ਵਗੈਰਾ ਉਹਨੂੰ ਪਿਆ ਹੋਇਆ, ਹਾਰਟ ਅਟੈਕ ਹੋ ਗਿਆ ਸੀ ਇੱਕ ਵਾਰੀ, ਹਾਰਟ ਦੀ ਦਵਾਈ ਚੱਲਦੀ ਉਹਦੀ। ਉਹਨੂੰ ਅਸੀਂ ਤਖਾਣ ਮਾਜਰੀਆ ਪਰਿਵਾਰ ਕਹਿੰਦੇ ਹਾਂ। ਹੌਬੀ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਝੂਠਾ ਪਰਚਾ ਦਰਜ। ਮੈਂ ਇੱਕ ਓਪਨ ਚੈਲੰਜ ਪਹਿਲਾਂ ਇਹ ਕਰਨ ਲੱਗਿਆ ਕਿ ਮੇਰਾ ਉਸ ਤਰਖਾਣ ਮਾਜਰੇ ਵਾਲੇ ਪਰਿਵਾਰ ਦੇ ਨਾਲ ਪਰਿਵਾਰਕ ਰਿਸ਼ਤਾ ਮਤਲਬ ਖੂਨ ਦਾ ਰਿਸ਼ਤਾ ਕਿਸੇ ਵੀ ਤਰੀਕੇ ਨਾਲ ਪ੍ਰੂਵ ਹੁੰਦਾ ਤਾਂ ਮੈਂ ਦੇਣਦਾਰ ਹਾਂ, ਮੈਂ ਕਸੂਰਵਾਰ ਹਾਂ, ਮੈਂ ਵਰਤਦਾ। ਅਤੇ ਹੁਣ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿਆਂ ਕਿ ਮੇਰੇ ਘਰ ਦੇ ਵਿੱਚ ਜੇ ਬਾਹਰਲੇ ਵਿਹੜੇ 'ਚ ਖੜ੍ਹਾ ਤਾਂ 20 ਫੁੱਟ ਦੀ ਬੀਹੀ ਹੈ, ਉਹਦੇ ਨਾਲ ਘਰ ਹੈ ਜਿੰਦੇ ਦਾ, ਅਤੇ ਮੇਰੇ ਬਾਹਰਲੇ ਵਿਹੜੇ 'ਚ ਜੇ ਸੱਜੇ ਹੱਥ 20 ਫੁੱਟ ਦੀ ਬੀਹੀ ਟੱਪੀਏ ਤਾਂ ਨਾਲ ਹੀ ਘਰ ਹੈ ਭੋਲੀ ਕੌਰ ਦੇ ਜਿਹੜੇ ਹਸਬੈਂਡ ਹੋਣੀ ਨੇ, ਉਹ 3 ਭਰਾ ਨੇ, ਪਿਰਥੀ, ਫਕੀਰੀਆ ਅਤੇ ਸੀਤੀ ਸੁਰਜੀਤ ਸ਼ਾਇਦ ਨਾਮ ਆ, ਉਹਨੂੰ ਅਸੀਂ ਪਿਆਰ ਨਾਲ ਸੀਤੀ ਕਹਿੰਦੇ ਹਾਂ ਸਾਰੇ। ਫਕੀਰ ਸਿੰਘ ਨੂੰ ਵੀ ਫਕੀਰੀਆ ਹੀ ਕਹਿੰਦੇ ਆ ਸਾਰੇ, ਪਿਰਥੀ ਸਿੰਘ। ਅਤੇ ਇਹ ਬਹੁਤ ਛੋਟਾ ਘਰ ਹੈ ਉਹਨਾਂ ਦਾ, ਜਗ੍ਹਾ ਬਹੁਤ ਘੱਟ ਹੈ। ਪਹਿਲਾਂ ਦੇਵਤਾਇਆ ਕਹਿੰਦੇ ਹੁੰਦੇ ਸੀ ਅਸੀਂ ਇਹਨਾਂ ਦੇ ਫਾਦਰ ਸਾਹਿਬ ਨੂੰ। ਦੇਵਤਾਏ ਦੇ ਘਰ ਦੇ ਵਿੱਚ ਹੀ ਇਹਨਾਂ ਨੇ ਹੁਣ ਅੱਡ ਹੋ ਕੇ 3 ਭਰਾਵਾਂ ਨੇ 3 ਘਰ ਬਣਾ ਲਿਆ, ਆਪਦਾ ਗੁਜ਼ਰ ਬਸਰ ਕਰ ਰਹੇ ਨੇ। ਭੋਲੀ ਕੌਰ ਦੀ ਕਾਰ ਇਸ ਵਕਤ ਉਹਦੇ ਘਰ ਵਾਲੇ ਕੋਲੇ ਲਾਂਸਰ ਕਾਰ ਹੈ, ਉਹ ਮੇਰੇ ਘਰੇ ਖੜੀ ਹੈ, ਕਿਉਂਕਿ ਉਹਦੇ ਕੋਲੇ ਪਾਰਕਿੰਗ ਨਹੀਂ, ਮੇਰੇ ਬਾਪੂ ਜੀ ਦੇ ਘਰ 'ਚ ਖੜੀ ਆ ਉਹ ਕਾਰ ਹੁਣ ਵੀ, ਇਸ ਵਕਤ ਵੀ ਲਾਂਸਰ ਕਾਰ ਹੈ ਕਾਲੇ ਰੰਗ ਦੀ, ਕਿਉਂਕਿ ਉਹਦੇ ਕੋਲੇ ਪਾਰਕਿੰਗ ਦੀ ਜਗ੍ਹਾ ਨਹੀਂ ਹੈ, ਉਹਦਾ ਦਰਵਾਜ਼ਾ ਹੀ ਨਹੀਂ ਵਿਚਾਰੇ ਦਾ ਉਹਦਾ, ਠੀਕ ਹੈ। ਅਤੇ ਹੁਣ ਕਿਉਂਕਿ ਡੰਗਰ ਵੱਛਾ ਹੈ ਨਹੀਂ ਘਰੇ, ਮਾਂ ਹੈ ਨਹੀਂ, ਅਤੇ ਘਰ 'ਚ ਸਿਰਫ ਇਕੱਲੇ ਪਾਪਾ ਜੀ ਹੁੰਦੇ ਨੇ, ਇਸ ਕਰਕੇ ਡੰਗਰਾਂ ਵਾਲਾ ਘਰ ਵੀ ਖਾਲੀ ਹੈ, ਰੂੜੀ ਵਾਲਾ ਵੀ ਘਰ ਖਾਲੀ ਹੈ। ਅਤੇ ਉੱਥੇ ਅੱਜ ਵੀ ਮੈਂ ਪ੍ਰੈਸ ਰਿਪੋਰਟਰ ਸਾਹਿਬ ਨੂੰ ਬਾਅਦ 'ਚੋਂ ਲੈ ਕੇ ਵੀ ਜਾਊਂਗਾ, ਅੱਜ ਵੀ ਉੱਥੇ ਭੋਲੀ ਦੇ ਪੱਠੇ ਵਜਵਾਏ ਹੋਏ ਨੇ ਪਾਪਾ ਜੀ ਨੇ, ਕਹਿ ਕੇ ਵੀ ਚੱਲ ਪੁੱਤ ਕੋਈ ਗੱਲ ਨਹੀਂ, ਤੂੰ ਇੱਥੇ ਪੱਠੇ ਬੀਜ ਦਿਆ ਕਰ। ਗੱਲ ਬੱਲੀਆਂ ਦੀ ਜਾਂ ਖਰਬੂਜੇ ਦੀ, ਜਿਹੜੀ ਮਰਜ਼ੀ ਲਾ ਲਓ, ਵੀ ਖਰਬੂਜੇ ਦੀ ਹੋਈ ਚਾਹੇ ਬੱਲੀਆਂ ਦੀ ਹੋਈ, ਪਿੰਡ ਦਾ ਇੱਕ ਵੀ ਬੰਦਾ, ਇੱਕ ਵੀ ਮੈਂਬਰ ਇਹ ਗੱਲ ਕਹੇ ਕਿ ਪਿੰਡ 'ਚ ਕਿਤੇ ਵੀ ਗੱਲ ਹੋਈ ਸੀ ਮੈਂ ਉੱਥੇ ਸ਼ਾਮਲ ਸੀ, ਚਾਹੇ ਉਹ ਬੱਲੀਆਂ ਦੀ ਗੱਲ ਸੀ, ਖਰਬੂਜੇ ਦੀ ਗੱਲ ਸੀ, ਲੜਾਈ ਸੀ, ਝਗੜਾ ਸੀ, ਮੈਂ ਕਿਸੇ ਬੰਦੇ ਨੂੰ ਰੁਕ ਕੇ ਮਿਲਿਆ ਵੀ ਹਾਂ, ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਮਤਲਬ ਰੁਕ ਕੇ ਮਿਲਿਆ ਵੀ ਹੋਵਾਂ, ਇਸ ਸਾਰੇ ਸਿਲਸਿਲੇ 'ਚ ਨਹੀਂ। ਹਾਂ, ਮੇਰਾ ਪਿੰਡ ਹੈ, ਮੇਰਾ ਪਰਿਵਾਰ ਹੈ, ਮੇਰਾ ਭਾਈਚਾਰਾ, ਮੈਂ ਮਿਲਣ ਆਉਣਾ, ਮੈਂ ਸਭ ਨੂੰ ਮਿਲਦਾ। ਐਂਡ ਜਿਹੜੀ ਹੈਗੀ ਹੈ ਗੱਲ ਅਸਲੀ ਕੀ ਹੋਈ ਸੀ, ਸਾਡੇ ਲਾਗਲਾ ਪਿੰਡ ਆ ਨਵਾਂ ਪਿੰਡ, ਮੁਹੰਮਦਪੁਰਾ ਨਾਮ ਹੈ ਉਹਦਾ ਅਸਲੀ, ਕਾਗਜ਼ਾਂ 'ਚ ਨਵਾਂ ਪਿੰਡ ਵੀ ਕਹਿੰਦੇ ਨੇ। ਉਹ ਸਾਲਮ ਮੁਸਲਮਾਨ ਬਰਾਦਰੀ ਬੈਠੀ ਆ ਉੱਥੇ ਦੇ ਇੱਕ ਪਰਿਵਾਰ ਦੇ ਮੈਂਬਰ ਨੇ ਰੌਲਾ ਪਾਇਆ ਕਿ ਮੇਰੇ ਖੇਤ 'ਚੋਂ ਬੱਲੀਆਂ ਵੱਢੀਆਂ ਗਈਆਂ ਅਤੇ ਉਹ ਕੁੜੀਆਂ ਚਪੜੌਤੇ ਦੀਆਂ ਸੀ। ਜਾਮਾ ਕਹਿੰਦੇ ਉਹਦਾ ਨਾਮ, ਹੁਣ ਜਮੀਲ ਖਾਨ ਹੈ ਕੀ ਹੈ, ਉਹ ਮਾਫੀ ਚਾਹੁੰਦਾ ਮੈਂ, ਜਾਮਾ। ਅਤੇ ਪਰ ਪਪੀ ਨੇ ਉਹਨੂੰ ਕਿਹਾ ਕਿ ਸਾਡੇ ਪਿੰਡ ਦੀਆਂ ਕੁੜੀਆਂ ਇਹ ਨਹੀਂ ਕਹਿ ਸਕਦੀਆਂ, ਕੋਈ ਗੱਲ ਨਹੀਂ, ਬੇਫਿਕਰ ਹੋ ਜਾ ਤੂੰ, ਅਸੀਂ ਆਪ ਹੀ ਕਹਿ ਲਾਂਗੇ।
दूसरे दिन जिंदे ने रौला पाया कि जी मेरे खेत चों बल्लियां वड्डियां गईयां, चैक कर लो। ये गल मैं सुनी हुई कह रहा, तो वो गवाह जिंदा भी मेरे सामने बैठा, उन्होंने बेटा भी मेरे को बैठा, रणजोध जोधा साढ़े चाचा जी का बेटा, वो भी बैठा, तो मिलावांगा मैं सब नाल। तो जोधे ने कहा कि कोई गल नहीं, अपना निक्का जिहा तां पिंड आपां देख लैंदे आ। बल्लियां मिल गईयां, बल्लियां दियां मिलियां दियां फोटोआं खिच्चियां गईयां, वो फोटोआं हैगियां ने। बल्लियां चुगदे आ, दुनिया ही चुगदी है, बल्लियां चुगण का रिवाज है। गरीब परिवार जाके किसान के खेत चों वड्डी हुई कणक चों बल्लियां जे कोई डिग जाती चक लिया, 2 मन दाने निकले होण, कोई गल नहीं, कोई फिक्र नहीं, कोई माड़ी गल नहीं, चंगी गल है। पर इन्हां नूं कहा गया, ये कहंदियां भी असीं बल्लियां चुगियां होईयां ने। असीं क्या बल्लियां वड्डियां होईयां ने। असीं मैं तां है ही नहीं सी पिंड, मतलब अपने जिंदे होना ने। चलो गल इन्हां दी निबड़ी ना तां थाणे च रपट हो गई। थाणे तो सब इंस्पैक्टर की ना मनजोत सिंह, सब इंस्पैक्टर मनजोत सिंह आया, उन्हें बल्लियां देखियां, उन्होंने पुछया, क्योंकि बल्ली कदे भी साबती बल्ली नहीं हुंदी, जिहड़ी चुगी हुई हुंदी है। जे साबती भी होवे तां इक्को ही साइज़ दियां नहीं हुंदियां, ते उन्हां नाल बिल्कुल भी कणक दा नाड़ नाल नहीं हुंदा, सिर्फ बल्लियां हुंदियां ने। उन्हां दे नाल नाड़ सी करीब करीब 1 गिट्ठ दा। ते सबूत लियाओ जी, पिंड कहंदे ने भी पिंड इकट्ठा होया, सबूत लियाओ जी कि तुसीं वीडियो दिखाओ जी, ये बल्लियां तुहाडे खेत चों वड्डियां ने। वो भरावो इन्हां कोले जमीन नहीं गी, इस करके बल्लियां तुसीं मनजोत दे कहण मुताबक कि जी ये नहीं निबड़ना, तुसीं थाणे आओ, थाणे आके तुसीं मिलो, फिर आपां गल करदे आ। सवेरे जिंदा चला गया, दूजी पार्टी नहीं गई। अगले दिन दी इंतज़ार दे विच कि जी कल नूं मैं आऊँगा, वो आया मनजोत सिंह दोबारा, तो जिंदे नूं कहंदा भी मैं कुछ आया सी इनकुआरी करन, ते लिख के मैं कुछ चला गया वापस। देखदे आ रात नूं बल्लियां निकल गईयां, और जिंदे दे खेत च थ्रैशर ला के वो बल्लियां कड्ढियां गईयां। थ्रैशर किहदा सी, ट्रैक्टर किहदा सी, उत्थे लेबर कौन सी, मूँह बन्ने हुए सी, इस करके अणपछाते कुछ बंदियां दी सियाण नहीं आई। हुण वीडियो बनावांगे रात नूं, नहीं ऐसा सोचे ही नहीं सी कि पिंड च कदे इहो जी गल हो जूगी। इस करके सच्ची मुच्ची एक छोटी जी गल सी, कोई गल नहीं, क्योंकि साडे आप दे ही ने, बहुत प्यार नाल रहे आ असीं, पिंड कदे लड़ाई झगड़ा नहीं होया। चलो इलैक्शन उलैक्शन हुंदी रहिंदी आ, कोई किसी ने किहनूं वोट पाउणी आ, वो तुहाडी आप दा अधिकार आ, मौलिक, जिहनूं मर्जी पावो, दस के पा दो चाहे लुक के पा दो, पर वोट पाउण दा हक है, तुहाडा अधिकार है। तां परचा दर्ज हो गया। परचा खरबूजे का क्यों सी ते बल्लियां का क्यों हो गया, ये SHO साहब दस सकते हैं। किहदा नाम किवें किवें पाया, ये SHO साहब दस सकते हैं, या तुसीं वो सब इंस्पैक्टर मनजोत सिंह दस सकता है, वो IO है, इन्वेस्टिगेशन ऑफिसर है साडे इस केस का। तो मैं जदों तक ये परचा दर्ज नहीं हुंदा उदों तक मैं थाने कैमराज लगे हुए हैं, किते भी गया थाने च तां मैं देण दा ना, हाँ मैं मेरे को परमिट है, मैं परमिट लिया होया है, मैं लॉकडाउन च कल्ला जा आ सकता सी, ते लीगली आप दी कार जिहड़ी मेरे नाम ते है ਉਹਦੇ 'ਚ मैं ट्रैवल किया, पिंड अपने 2-3 गेड़े मारे ने लॉकडाउन च। तो मैनू SHO साहब का फोन आता है कि हॉबी जी तुसीं पिंड आए सी। मैं कहा यार हाँ मैं कल आया सी, कल नूं आ सकते हो? मैं जरूर, दसो की गल। कहता जी साडे एक मुहिम चलाई आ। हाँ मैं भी हरजीत सिंह हाँ, जिहड़ा पुलिस सब इंस्पैक्टर हुण रिटायर हो गए ने, जिन्हां दा हत्थ वड्ढिया गया सी पटियाले, उन्हां नूं माण दिवस मनाया सी इन्हां ने। मैं जी मैं जरूर आऊँगा, हुक्म दिओ, एज सैलीब्रिटी तुसीं साडे कोले आ जाओ तो सानूं चंगा लगूगा। ओ श्योर मैं आऊँगा। मैं गया सवेरे, SHO साहब ने उत्थे पुलिस मुलाजम बुलाए, फिर असीं
उस भरा नूं याद किया। प्रैस रिपोर्टर्स भी सी, फिर असीं बाहर आके मास्क वंडे, लोगों नूं जागरूक करन दी कोशिश की, तो फिर असीं सारी पुलिस मुलाजम जिन्ने भी सीगे उन्हां नाल बैठ के लंच किया, तो मैस दे विच जो भी थाने च बनिया सी कोई उचेची चीज़ नहीं सी बनाई गई। तो प्रैस रिपोर्टर भी सीगे उत्थे, चले भी गए सी, कुछ एक ने रोटी भी खाधी। उस तो बाद असीं मैं आपदे पिंड आ गया, तो ना तो मैं थाने गया जिन्ना चिर मेरा परचा दर्ज हो रहा, ना मैं पिंड च किसी बंदे नूं मिल रहा, ना मैं पिंड च किसी इकट्ठ जा रहा, तो ना मैं किसी नूं प्रैशराइज किया। मैनू एक पिंड का मसला है किसी का, मेरे घर के खब्बे बन्ने जिंदे का घर है, सज्जे बन्ने भोली का घर है। जिन्ना प्यारा मैनू जिंदा है उन्ना प्यारा मैनू पिरथी होना का परिवार है। सच लॉकडाउन दे विच पिंड अडॉप्ट करन दी एक खिल्ली उड़ाई गई है। यस, मैं वीडियो पाया सी, और मैं आपदे भतीजे नूं SDM मलेरकोटला कोल भेजिया, अपॉइंटमेंट लेके भेजिया कि जी साडे एक परमिट दे दिओ, क्योंकि साडे पिंड कोई सरकारी बस टैंपू नहीं, कोई भी बस या टैंपू साडे पिंड नहीं आउंदा, अज भी नहीं आउंदा। कोई मिनी बस निकलदी होवे नहीं, कोई नहीं निकलदी साडे पिंडों, कि एक सानू परमिट दे दिओ। वो परमिट अज भी एक साडे पिंड च मुंडा की ਉਹਦਾ ਨਾਂ किंदू 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 कहने असीं ਉਹਨੂੰ, किंदू कोले आपदी एक जीप टाइप गड्डी है, ਉਹਦਾ परमिट लैके दिता कि किंदू पिंड च अद्धी रात भी किसी नूं लोड़ पै जावे, शेरा तूं जाना लैके, ते ਇਹਦਾ जिन्ना भी खर्च होऊगा तेरी कार का ਉਹ ਵੀਰ जी देणगे। ठीक है जी। पिंडों मैनू पिरथी सिंह का बेटा, निकनेम धनू है, उन्होंने धनू कहने असीं, मैनू धनू का फोन गया कि चाचा जी तुसीं पाता, पिरथी मेरे तो वड्डा है, चाचा जी तुसीं ਉਹ पाती वीडियो राशन देण दी, ते सानू तो हुण जिहड़ा साडा अपना खच्चर रेड़े ते बेचण आउंदा सीगा ਉਹ भी कहंदा भी तुहानूं तां राशन मिल जाना, मेरा किहड़ा विकना, मैं क्यों आवां। तो मैं कहा कोई गल नहीं पुत्त, मैं आ रहा, जमा फिक्र ना कर। तो मैं आया, राशन लिया, राशन लिया के पिंडों वीर जी तो मैं आंडियां की ट्रे मंगाई, पोल्ट्री फार्म है, आलूआं नूं कहा, उस दिन मीह पैंदा सीगा, किड़मिण काणी हो रही सी, तो मेरे अद्धी बांह की जैकेट भी पाई हुई सी उस दिन। इसे थां ते जिथे मैं हुण बैठा, इसे थां ते एक तख्तपोश ते ला के रखता, उस चौल सीगे, आटा सी, लूण मिर्च हल्दी मसाला तेल गट्ठे आलू आंडे होर समान जो भी सी, सारे पिंड च होका दिता कि आ जाओ भाई राशन ले जाओ, आ जाओ। उहदे च एक वीडियो है पाई हुई हैप्पी नां दे मुंडे दी, साडे पिंड दा मुंडा हैप्पी, ਉਹਦੇ ਵੀਰਾ ਕੀ ਲੱਗਦਾ ਉਹਨਾਂ ਦਾ, ਤਾਇਆ हैप्पी ਦੇ ਤਾਇਆ ਜੀ ਦੀ ਨੂੰਹ ਵੀ ਰਾਸ਼ਨ ਲੈ ਕੇ ਗਈ, ਤੇ ਕਈ ਪਰਿਵਾਰ ਸੀਗੇ ਵੀ ਅਸੀਂ ਵੀਰ ਜੀ ਆਂਡਾ ਨਹੀਂ ਖਾਂਦੇ, ਠੀਕ ਆ ਭਾਈ ਮੈਨੂੰ ਜੀ ਸਰੋਂ ਦੀ ਬੋਤਲ ਇੱਕ ਹੋਰ ਦੇ ਦਿਓ, ਲੈ ਜਾਓ ਭਾਈ, ਮੈਂ ਜੀ ਆਹ ਨਹੀਂ ਲੈ ਕੇ ਜਾਣਾ, ਮੈਨੂੰ ਆਹ ਦੇ ਦਿਓ, ਲੈ ਗਏ। ਉਸ ਤੋਂ ਬਾਅਦ ਥੋੜੀ ਜੀ आ जाओ जी, आ जाओ आ जाओ आ जाओ आ जाओ आ जाओ। उस तो बाद राशन वंडिया गया सारा, तो राशन काफ़ी बच गया, जिन्ना देना सी वंडिया गया। वो साढ़े हिसाब नाल 15 तो 20 दिन का सीगा वो राशन जिहड़ा दिता सी, जिहड़ा कोई वध घट लै गया वध घट लै गया, कोई गल नहीं। उस तो बाद की होया कि बहुत बच गया। मैनू धनू ने दसिया कि ਉਹਦੀ सिस्टर के नाल कोई मिस हैपनिंग हो गई, तो ਉਹਦੇ बच्चे भी मेरे को ने। मैं धनू ਨੂੰ स्पैशल पूछा भी धनू तेरे को राशन क्यों नहीं सी यार 1-2 दिन का भी, वो कहता जी मेरा परिवार वड्डा है। किवें वड्डा है, कहता जी ऐ करके। मैं चुप कर गया, मैनू मतलब ये दुख लग्या भी मैनू यार मेरे पिंड की कुड़ी मतलब डैथ हो गई, तो मैनू पता नहीं।
चुप कर गया मैं, ठीक है। पर मेरे तो रह ना होया, मैं पिंड पटियाले जाके जिंदे नूं फोन किया। मैं किहा जिंदे जिन्ना भी राशन पिया ਉਹ ਵੀਰ ਬਣ ਕੇ ਜਾ ਕੇ ਪਾਪਾ ਜੀ ਤੋਂ ਨਾ ਧਨੂੰ ਨੂੰ ਚੁਕਾ ਦੇ। ਉਹ ਕਹਿੰਦਾ ਜੀ ਕੀ ਗੱਲ? ਮੈਂ ਕਿਹਾ ਯਾਰ ਮੈਨੂੰ ਪਤਾ ਹੀ ਨਹੀਂ ਸੀ, ਉਹਦੇ 3-4 ਬੱਚੇ ਹੋਰ ਲਈ ਬੈਠਾ ਉਹ ਆਪਦੀ ਸਿਸਟਰ ਦੇ, ਤੇ ਕਹਿੰਦਾ ਹਾਂਜੀ ਉਹਦਾ ਪਰਿਵਾਰ ਵੱਡਾ ਹੈ। ਚਲੋ ਫਿਰ ਮੈਂ ਵੀਰ ਜੀ ਨਾਲ ਵੀ ਗੱਲ ਕੀਤੀ। ਵੀਰ ਜੀ ਕਹਿੰਦੇ ਯੈਸ ਉਹਦੀ ਪੋਜੀਸ਼ਨ ਥੋੜ੍ਹੀ ਜਿਹੀ ਟਾਈਟ ਹੈ। ਮੈਂ ਕਿਹਾ ਕੰਮ ਕੀ ਕਰਦਾ? ਉਹ ਕਹਿੰਦਾ ਜੀ ਮੈਂ ਮੇਲਿਆਂ 'ਚ ਫੜੀ ਲਾ ਕੇ ਪੈਸੇ ਕਮਾਉਣਾ। ਮੇਰੇ ਬਾਪੂ ਜੀ ਨਾਲ ਹੀ ਹੁੰਦੇ ਨੇ ਪਿਰਥੀ, ਮਤਲਬ 2 ਫੜੀਆਂ ਲਾ ਲਈਦੀਆਂ ਨੇ ਇੱਕ ਮੇਲੇ 'ਚ, ਆਏ ਰੋਜ਼ ਦੀ ਰੋਜ਼ ਮੇਲੇ ਕਿਤੇ ਨਾ ਕਿਤੇ ਲੱਗਦੇ ਰਹਿੰਦੇ ਨੇ। ਚਲੋ ਰੋਜ਼ੀ ਰੋਟੀ ਆ, ਅਗਲਾ ਕਮਾ ਰਿਹਾ, ਅੱਛੀ ਗੱਲ ਹੈ, ਤਰੱਕੀ ਕਰੇ। ਬਾਕੀ ਪਿੰਡ 'ਚ ਜਦੋਂ ਵੀ ਕੋਈ ਮਿਸ ਹੈਪਨਿੰਗ, ਚਾਹੇ ਉਹ ਸਾਡੀ ਫੌਜਨ ਭਾਬੀ ਸੀ, ਚਾਹੇ ਜਿਹੜੇ ਹੁਣ ਨਾਭੇ ਚਲੇ ਗਏ ਨੇ, ਉਹਨੂੰ ਇੱਕ ਵਾਰੀ CMC ਲੈ ਕੇ ਗਏ ਸੀ। ਹੁਣੀ ਲੇਟੈਸਟ ਸਾਡੇ ਪਿੰਡ ਦਾ ਇੱਕ ਮੁੰਡਾ ਮਕੈਨਿਕ ਆ, ਉਹਦੀਆਂ ਕੀ ਨਾ ਬਾਲਾ 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 ਉਹਦੀਆਂ ਬਾਹਾਂ ਟੁੱਟ ਗਈਆਂ ਵਿਚਾਰੇ ਦੀਆਂ ਦੋਨੇ, ਅਤੇ ਮੇਰੇ ਫਾਦਰ ਸਾਹਿਬ ਉਹਨੂੰ ਚੱਕ ਕੇ PGI ਤੱਕ ਫਿਰਦੇ ਰਹੇ ਨੇ। ਸਾਰਾ ਖਰਚ ਪਾਪਾ ਜੀ ਨੇ ਕੀਤਾ। ਕਿੰਨਾ ਖਰਚ ਹੋਇਆ ਮੈਨੂੰ ਨਹੀਂ ਪਤਾ, ਪਾਪਾ ਜੀ ਨੇ ਉਹਨੂੰ ਕੀ ਦਿੱਤਾ ਕੀ ਲਿਆ ਅਸੀਂ ਨਹੀਂ ਦੱਸਿਆ, ਨਾ ਪੁੱਛਿਆ। ਅਤੇ ਪਰ ਠੀਕ ਹੈ, ਉਹਨਾਂ ਨੂੰ ਇਹਦੇ 'ਚ ਹੁਣ ਵੀ ਪਾਪਾ ਜੀ ਸਾਡੇ 86-87 ਸਾਲ ਦੇ ਨੇ, ਪਰ ਕਾਇਮ ਨੇ ਸਿਹਤ ਪੱਖੋਂ। ਨਿੱਕਾ ਜਿਹਾ ਪਿੰਡ ਹੈ, ਇੱਕ ਮੇਨ ਬੀਹੀ ਹੈ, ਜ਼ਮੀਨ ਸਾਡੀ ਦੂਜੇ ਪਾਸੇ ਪਿੰਡ ਦੇ ਪੈਂਦੀ ਹੈ, ਸੋ ਪਿੰਡ ਕ੍ਰੋਸ ਕਰਨਾ ਪੈਂਦਾ। ਸੋ ਪਾਪਾ ਜੀ ਸਵੇਰੇ ਸੈਰ ਕਰਕੇ ਜਦੋਂ ਵਾਪਸ ਆਉਂਦੇ ਨੇ, ਸਾਰੇ ਪਿੰਡ ਦੇ ਜਵਾਕ ਬਾਬਾ ਜੀ ਵਾਹਿਗੁਰੂ, ਬਾਬਾ ਜੀ ਵਾਹਿਗੁਰੂ ਕਰਦੇ ਨੇ। ਫਿਰ ਉਹ ਵੀ ਨਾਲ ਹੱਸਦੇ ਨਾਲ ਹੀ ਲਿਆਉਂਦੇ ਨੇ, ਅਤੇ ਨਾਲ ਲਿਆ ਕੇ ਉਹਨਾਂ ਨੂੰ ਫਿਰ ਮੇਰੇ ਤੋਂ ਜੋ ਪਾਪਾ ਜੀ ਮੰਗਦੇ ਹੁੰਦੇ ਨੇ ਕਿ ਯਾਰ ਪਟਿਆਲੇ ਜਦੋਂ ਆਇਆ ਇੱਕ ਟੌਫੀਆਂ ਲੈ ਕੇ ਆਈ, ਔਰੇਂਜ ਦੀਆਂ ਟੌਫੀਆਂ ਨੇ, ਔਰੇਂਜ ਫਲੇਵਰ ਦੀਆਂ ਜਿਹੜੀਆਂ, ਅਤੇ ਇੱਕ ਨਮਕੀਨ ਪਕੌੜੀਆਂ ਨੇ ਸਪੈਸ਼ਲ, ਉਹ ਫਿਰ ਮੁੱਠੀ ਨਮਕੀਨ ਦੀ ਅਤੇ 2-3 ਟੌਫੀਆਂ। ਜੋ ਆ ਕਿੱਥੇ ਹੁਣ ਵੀ ਲੋਕਡਾਊਨ ਦੇ ਵਿੱਚ ਵੀ ਬਾਹਰਲੇ ਵਿਹੜੇ 'ਚ ਸਾਰਿਆਂ ਨੂੰ ਬੁਲਾ ਕੇ ਤੁਸੀਂ ਦੂਰ ਦੂਰ ਬੈਠ ਕੇ ਖੇਡੋ ਪੁੱਤੇ, ਬਿਮਾਰੀ ਆਏ ਐਜੂਕੇਟ, ਜਿੰਨਾ ਇੱਕ ਉਹਨਾਂ ਦੀ ਉਮਰ ਹੈ ਅਤੇ ਜਿੰਨਾ ਕੁ ਬੱਚਿਆਂ ਨੂੰ ਸਕਦੇ ਸੀ ਉਹਨਾਂ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਸੈਨੇਟਾਈਜ਼ ਪਿੰਡ ਜਿੰਦੇ ਦੇ ਬੇਟੇ ਨੇ ਹੀ ਕੀਤਾ ਸੀ, ਹੈ ਨਾ, ਸਪਰੇਅ ਕੀਤੀ ਸੀ ਇਹਨੇ। ਬਾਕੀ ਮੇਰਾ ਇਨਕਮ ਟੈਕਸ ਬਾਰੇ ਗੱਲ ਬੋਲੀ ਗਈ ਹੈ ਕਿ ਮੈਂ ਟੈਕਸ ਨਾ ਲੁਕਾਉਂਦਾ ਹੋਵਾਂ। ਤੁਸੀਂ ਪਟਿਆਲੇ ਮੇਰੇ ਇਨਕਮ ਟੈਕਸ ਫਾਈਲ ਹੁੰਦੀ ਹੈ। ਮੇਰੀ ਵਾਈਫ ਦਾ ਬਿਜ਼ਨਸ ਅਲੱਗ ਹੈ, ਮੇਰੇ ਬੇਟੇ ਦਾ ਬਿਜ਼ਨਸ ਅਲੱਗ ਹੈ, ਮੇਰਾ ਬਿਜ਼ਨਸ ਅਲੱਗ ਹੈ, ਅਤੇ ਮੈਂ ਆਪ ਦੇ ਖੇਤੀਬਾੜੀ ਦੀ ਕਮਾਈ ਕਦੇ ਵੀ ਇਨਕਮ ਟੈਕਸ ਤੋਂ ਵਾਂਝੀ ਹੁੰਦੀ ਹੈ, ਬੱਚਤ ਹੁੰਦੀ ਹੈ। ਅਤੇ ਉਹ CA ਸਾਹਿਬ ਮੈਨੂੰ, ਮੈਂ ਕਹਿਣਾ ਹੁੰਦਾ ਕਿ ਜਿੰਨਾ ਮੇਰਾ ਟੈਕਸ ਬਣਦਾ ਉਹਨਾਂ ਪੇ ਕਰਾਓ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਵੀ ਦਿਨ, ਨੋ ਇਸ਼ੂਜ਼। ਜੀ ਆਇਆਂ ਨੂੰ ਮੈਨੂੰ ਦੱਸ ਕੇ ਆਓਗੇ ਤਾਂ ਮੈਂ ਤੁਹਾਡੀ ਹੈਲਪ ਕਰ ਦੂੰਗਾ, ਤਾਂ ਕਿ ਤੁਹਾਨੂੰ ਲੱਭਣਾ ਨਾ ਪਵੇ। ਮੈਂ ਤੁਹਾਨੂੰ ਸਿੱਧਾ ਦੱਸ ਦੂੰ ਆਹ CA ਆ, ਆਹ ਇਨਕਮ ਟੈਕਸ ਆਫਿਸ ਆ, ਆਹ ਮੇਰਾ ਨਾਮ ਹੈ, ਆਹ ਮੇਰਾ ਪੈਨ ਨੰਬਰ ਹੈ, ਤੁਸੀਂ ਡਿਟੇਲਸ ਕਢਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਥਾਣੇ 'ਚੋਂ, ਕਿਸੇ ਵੀ ਤਰੀਕੇ ਨਾਲ ਕੋਈ ਵੀ ਚੀਜ਼ ਚਾਹੀਦੀ ਹੋਈ ਮੈਨੂੰ ਤੁਸੀਂ ਦੱਸੋ, ਮੈਂ ਤੁਹਾਨੂੰ ਮਦਦ ਕਰੂੰਗਾ ਉਹਦੇ 'ਚ ਲੱਭਣ 'ਚ, ਤਾਂ ਕਿ ਤੁਹਾਡਾ ਟਾਈਮ ਐਨਰਜੀ ਵੇਸਟ ਨਾ ਹੋਵੇ। ਮੇਰਾ ਪਿੰਡ ਹੈ, ਮੇਰਾ ਭਾਈਚਾਰਾ ਹੈ, ਮੇਰੀ ਕੋਈ ਇਨਵੋਲਵਮੈਂਟ ਨਹੀਂ ਸੀ। ਮੇਰੇ ਸਿਰ 'ਤੇ ਕੋਈ ਤਲਵਾਰ ਨਹੀਂ ਲਟਕਦੀ, ਮੈਨੂੰ ਕੋਈ ਡਰ ਨਹੀਂ, ਮੈਨੂੰ ਕੋਈ ਬੰਦਿਸ਼ ਨਹੀਂ। ਮੈਂ ਕਿਤੇ ਵੀ ਕੋਈ ਇਹੋ ਜਿਹਾ ਸਟੈਪ ਨਹੀਂ ਚੱਕੂੰਗਾ ਜਿਹਦੇ ਨਾਲ ਮੇਰੀ ਛਵੀ ਖਰਾਬ ਹੋਵੇ। ਪਰ ਜਵਾਬ ਸੀ ਜਿਹੜਾ ਫੇਸਬੁੱਕ 'ਤੇ ਸਿਰਫ ਮੈਨੂੰ ਨਾਮ ਨਾ ਹੋਗੇ ਕਿਆ ਬਦਨਾਮ ਨਾ ਹੋਗਾ, ਬਦਨਾਮ ਹੋ ਗਏ ਕਿਆ ਨਾਮ ਨਾ ਹੋਗਾ, ਕੁਛ ਐਸਾ ਸੀ। ਮੈਨੂੰ ਹੁਣ ਇਹ ਨਹੀਂ ਸਮਝ ਆ ਰਿਹਾ ਵੀ ਫੇਸਬੁੱਕ ਦੀ ਜਿੰਨੀ ਟਰੈਂਡ ਸੈਟਿੰਗ ਸੀ ਪਿਛਲੇ 2-3 ਦਿਨ ਤੋਂ, ਮੇਰੇ ਖਿਲਾਫ ਜਿਹੜੇ ਕਮੈਂਟਸ ਪੈ ਰਹੇ ਸੀ ਮੇਰੀ ਫੋਟੋ ਦੇ ਉੱਤੇ ਲਿਖ ਕੇ, ਚਵਲ ਬੰਦਾ, ਇਹ ਬੰਦਾ ਚਵਲ ਹੈ, ਇਹ ਬੰਦਾ ਇਹ ਹੈ, ਘਟੀਆ ਹੈ, ਪਾਇਆ ਗਿਆ। ਯਾਰ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਸਿੱਖਿਆ ਕੀ ਲਵਾਂ ਇਸ ਤੋਂ, ਮੈਂ ਫਿਊਚਰ 'ਚ ਕੀ ਕਰਾਂ, ਮੈਨੂੰ ਸਮਝ ਨਹੀਂ ਆ ਰਹੀ। ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਅੱਗੇ ਤੋਂ ਕੀ ਕਰਨਾ ਚਾਹੀਦਾ। ਜੇ ਮੇਰੇ ਪਰਿਵਾਰ ਨੇ ਹੁਣ ਤੱਕ ਪਿੰਡ 'ਚ ਪਿਆਰ ਵੰਡਿਆ, ਪਿਆਰ ਨਾਲ ਰਹੇ ਆ, ਕਦੇ ਵੀ ਇਹ ਨਹੀਂ, ਹੁਣ ਨਹੀਂ, ਕਦੇ ਵੀ। ਮੇਰੀ ਉਮਰ ਆਲਮੋਸਟ 54 ਸਾਲ ਦੀ ਹੋ ਗਈ ਹੈ, ਆਲਮੋਸਟ ਤਾਂ ਲਫ਼ਜ਼ ਵਰਤਿਆ ਕਿ ਬਾਹਲੀਆਂ ਗਿਣਤੀਆਂ ਮਿਣਤੀਆਂ 'ਚ ਮੈਂ ਪੈਂਦਾ ਨਹੀਂ।
मेरा नंबर भी इक्को ही है, तो स्पाइस जदों आया सी उदों नंबर लिया सी मैं 9814019519, ये नंबर है मेरा। सारी दुनिया 'ਚ ਚੱਲਦਾ, कदे बंद नहीं ਹੁੰਦਾ ਇਹ, मैं ही ਚੱਕਦਾ, और मेरे को होर कोई नंबर नहीं है, ना मैं बदलिया ना मैं बंद करदा। हाँ किते ਇਹੋ जी थां ते होवां जिथे ਚੱਲਦਾ नहीं, फिर उत्थे बंद करना पै जाता। जे मैं फोन ना भी ਚੱਕਾਂ ਤਾਂ मैं कॉल बैक कर ਲੈਂਦਾ ਹੁੰਦਾ, घबराओ ना। तो ਤੁਸੀਂ ਮੈਨੂੰ ਕਿਸੇ ਵੀ ਵੇਲੇ कॉन्टैक्ट करके कुछ भी पुछ सकते हो, ठीक है। तो शाम ਨੂੰ मैं फ़ोन थोड़ा जिहा घੱਟ ਚੱਕਦਾ ਹੁੰਦਾ, वो मेरा आप ਦਾ ਸਮਾਂ ਹੁੰਦਾ, ਮੇਰੇ ਪਰਿਵਾਰ ਦਾ ਸਮਾਂ ਹੁੰਦਾ। ਪਿੰਡ 'ਚ ਰਾਸ਼ਨ ਵੰਡਣ ਦੀ ਜਿਹੜੀ ਗੱਲ ਸੀ, ਉਹ ਬਾਈ ਗਿੱਪੀ ਗਰੇਵਾਲ ਮੇਰਾ ਵੀਰ ਆ ਛੋਟਾ, ਮੇਰੇ ਬੱਚਿਆਂ ਵਰਗਾ ਭਰਾ ਆ, ਦੋਸਤ ਹੈ। ਮੇਰੀ ਫਿਲਮ ਇੰਡਸਟਰੀ ਦੀ ਛਵੀ ਨੂੰ ਸਾਂਭਣ 'ਚ ਗਿੱਪੀ ਗਰੇਵਾਲ ਦਾ ਬਹੁਤ ਵੱਡਾ ਹੱਥ ਹੈ। ਜੇ ਮੈਂ ਹੌਬੀ ਧਾਲੀਵਾਲ ਤੁਹਾਡੇ ਪਿਆਰ ਕਰਕੇ ਬਣਿਆ ਤਾਂ ਤੁਹਾਡੇ ਤੱਕ ਮੈਨੂੰ ਪਹੁੰਚਾਉਣ ਵਾਲਾ ਗਿੱਪੀ ਗਰੇਵਾਲ ਹੈ, ਕਾਫੀ ਹੱਦ ਤੱਕ। ਬਾਕੀ ਉਹ ਬਾਬੇ ਨਾਨਕ ਦੀ ਕਿਰਪਾ, ਉਹਨੇ ਲਿਖਿਆ ਹੋਇਆ ਸੀਗਾ ਕਿ ਚਪੜੌਦੇ ਪਿੰਡ ਤੋਂ ਉੱਠ ਕੇ ਤੂੰ ਫਿਲਮਾਂ 'ਚ ਜਾਣਾ, ਮੈਂ ਉਹਦੀ ਕਿਰਪਾ ਸਦਕਾ ਹੀ ਗਿਆ। ਮੈਂ ਕਿਸੇ ਵੀ ਧਰਮ, ਕਿਸੇ ਵੀ ਜਾਤ, ਉਮਰ, ਧਰਮ ਦੇ ਖਿਲਾਫ ਨਹੀਂ ਹਾਂ। ਮੇਰੇ ਮਾਂ ਪਿਓ ਜੱਟ ਸਿੱਖ ਪਰਿਵਾਰ 'ਚ ਸੀ, ਮੈਂ ਔਰ ਮੈਂ ਖੁਦ ਸਿੱਖ ਧਰਮ ਨੂੰ ਫੋਲੋ ਕਰਦਾ। ਮੈਂ ਸਾਫਾ ਬੰਨ੍ਹਦਾ, ਕੇਸ ਰੱਖੇ ਨੇ, ਗਾਤਰਾ ਪਾਇਆ, ਕਕਾਰ ਰੱਖੇ ਨੇ, ਨਹੀਂ ਰੱਖੇ, ਮੇਰੀ ਆਪਦੀ ਆ, ਪਰ ਮੈਂ ਫੋਲੋ ਕਰਦਾ। ਜੇ ਮੈਂ ਮੰਨਦਾ ਤਾਂ ਮੈਂ ਆਦਿ ਗ੍ਰੰਥ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਮੇਰੇ ਸਾਹਮਣੇ ਤੁਸੀਂ ਮੈਨੂੰ ਕਹੋ ਵੀ ਚੱਲ ਆਪਾਂ ਮੰਦਰ ਚੱਲੀਏ, ਮੈਂ ਜਾਊਂਗਾ। ਮੈਨੂੰ ਤੁਸੀਂ ਕਹੋ ਮਸਜਿਦ ਚੱਲ, ਮੈਂ ਜਾਊਂਗਾ। ਤੁਹਾਡੇ ਨਾਲੋਂ ਹੋ ਸਕਦਾ ਚੰਗੇ ਤਰੀਕੇ ਨਾਲ ਮੱਥਾ ਟੇਕਣ ਦੀ ਕੋਸ਼ਿਸ਼ ਕਰਾਂ, ਸ਼ਰਧਾ ਦੇਣ ਦੀ ਕੋਸ਼ਿਸ਼ ਕਰਾਂ, ਪਰ ਮੈਂ ਕਹਿਣਾ, मैं नहीं कहूँगा कि तू जाया मस्जिद, मैं किहड़ा मुसलमान हाँ, नहीं, मैं जाऊँगा और मैं तुहाडे नालों वधिया इबादत करने की कोशिश करूँगा। हाँ, जिस दिन मैं गुरुद्वारे जाना, तुसीं जाओ ना जाओ, पर मैनूं रोकिओ ना, बस मेरा धर्म यह है। तो किसी नूं छोटा दिखाउणा भी दूर की गल है, मैं कदे किसी नूं छोटा कहा ही नहीं, समझे ही नहीं। मेरा इंडस्ट्री लफ्ज़ बहुत मशहूर आ, बेटा कहना। ਸਾਡੇ ਸਭ ਤੋਂ ਜਿਹੜੀ ਸ਼ੂਟਿੰਗ ਦੇ ਵਿੱਚ ਔਖਾ ਕੰਮ ਹੁੰਦਾ ਹੈ, ਸਭ ਤੋਂ ਔਖਾ ਕੰਮ ਉਹ ਹੁੰਦਾ ਸਪੌਟ ਬॉयਜ਼ ਦਾ, ਜਿਹੜੇ ਸਾਨੂੰ ਚਾਹ ਪਾਣੀ ਪਿਲਾਉਂਦੇ ਨੇ, ਜਾਂ ਲਾਈਟਾਂ ਵਾਲੇ ਲਾਈਟਮੈਨ। ਸੋਲਰ ਲਾਈਟ ਹੁੰਦੀ ਆ, ਸੂਰਜ ਵਾਂਗੂ ਸੋਲਰ ਕਹਿੰਦੇ ਅਸੀਂ, ਸੋਲਰ ਲਾਈਟ ਬਹੁਤ ਜ਼ਿਆਦਾ ਗਰਮ ਹੁੰਦੀ ਆ, ਉਹਦਾ ਸੇਕ 'ਚ ਵਿਚਾਰੇ ਉਹ ਸਾਰਾ ਦਿਨ ਧੁੱਪੇ ਖੜਦੇ ਨੇ, ਉਹ ਲਾਉਣੀ ਪੈਂਦੀ ਹੈ, ਚਾਹੇ ਦੁਪਹਿਰੇ 2 ਵਜੇ ਸ਼ੂਟਿੰਗ ਹੋਵੇ, ਤਦ ਵੀ ਲਾਈਟਾਂ ਲੱਗਦੀਆਂ ਨੇ, ਅਤੇ ਉਹ ਧੁੱਪੇ ਵੀ ਖੜੇ ਹੁੰਦੇ ਨੇ, ਕੋਠੇ 'ਤੇ ਵੀ ਹੁੰਦੇ ਨੇ, ਅਤੇ ਲਾਈਟ ਵੀ ਚੱਲਦੀ ਹੁੰਦੀ ਹੈ, ਅਤੇ ਲਾਈਟ ਨੂੰ ਵੀ ਮੈਨੇਜ ਕਰਦੇ ਹੁੰਦੇ ਨੇ। ਅਤੇ ਜਿਸ ਦਿਨ ਮੈਂ ਸੈੱਟ 'ਤੇ ਹੋਵਾਂ ਬ੍ਰਦਰ, ਮੈਂ ਸਭ ਤੋਂ ਪਹਿਲਾਂ ਜਾ ਕੇ ਉਹ ਲਾਈਟਾਂ ਵਾਲਿਆਂ ਨੂੰ ਜੱਫੀਆਂ ਪਾਉਣਾ, ਉਹਨਾਂ ਸਪੌਟ ਬॉयਜ਼ ਨੂੰ ਜੱਫੀਆਂ ਪਾਉਣਾ। ਅਤੇ ਮੈਂ ਆਪਦੇ ਪਿੰਡ ਦੇ ਜਿਨ੍ਹਾਂ ਦੇ ਹੱਥਾਂ 'ਚ ਜੰਮਿਆਂ ਪਲਿਆਂ, ਜਿਨ੍ਹਾਂ ਦੇ ਨਾਲ ਅਸੀਂ ਖੇਡ ਕੇ ਵੱਡੇ ਹੋਏ ਹਾਂ, ਚਾਹੇ ਉਹ ਪਿਰਥੀ ਹੋਣੀ ਨੇ, ਪਿਰਥੀ ਮੇਰੇ ਤੋਂ ਵੱਡਾ, ਫਕੀਰੀਆ ਮੇਰੇ ਤੋਂ ਥੋੜ੍ਹਾ ਛੋਟਾ, ਸੀਤੀ ਤਾਂ ਬੱਚਿਆਂ ਵਰਗਾ ਇਹ ਪਰਿਵਾਰ ਹੈ, ਜਾਂ ਹੋਰ ਜਿੰਨੇ ਵੀ ਪਰਿਵਾਰ ਨੇ, ਕਦੇ ਵੀ ਮੈਂ ਪਿੰਡ 'ਚ ਕਿਸੇ ਦੇ ਖਿਲਾਫ ਨਹੀਂ ਬੋਲਿਆ। ਅਤੇ ਬ੍ਰਦਰ, ਤੁਸੀਂ ਜਿਨ੍ਹਾਂ ਨੇ ਪੋਸਟ ਪਾਈ ਆ, ਤੁਹਾਨੂੰ ਇੰਨਾ ਹੀ ਜਵਾਬ ਸੀ ਮੇਰਾ, ਜਿਉਂਦੇ ਵਸਦੇ ਰਹੋ। ਮੇਰੇ ਖਿਲਾਫ ਤੁਸੀਂ ਪੋਸਟ ਪਾਈ, ਮੈਨੂੰ ਦੁੱਖ ਲੱਗਿਆ, ਮੇਰੀ ਛਵੀ ਕਿੰਨੀ ਖਰਾਬ ਹੋਈ। ਜੇ ਤੁਹਾਡੀ ਪੋਸਟ ਕਰਕੇ ਹੋਈ ਹੋਊਗੀ ਤਾਂ ਮੈਂ ਸਾਂਭਣ ਦੀ ਕੋਸ਼ਿਸ਼ ਕਰੂੰਗਾ, ਹੋਰ ਮਿਹਨਤ ਕਰੂੰਗਾ ਅਤੇ ਹੋਰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ, ਪਰ ਤੁਹਾਡੇ ਨਾਲ ਵੈਰ ਵਿਰੋਧ ਰੱਖ ਕੇ ਨਹੀਂ, ਚੈਲੰਜ ਲੈ ਕੇ ਨਹੀਂ। ਮੈਂ ਆਪਦੀ ਮਸਤ ਚਾਲ ਚੱਲੂਗਾ, ਕੋਸ਼ਿਸ਼ ਕਰੂੰਗਾ ਹੋਰ ਚੰਗਾ ਕੰਮ ਕਰਕੇ ਦਿਖਾਉਣ ਦੀ, ਹੋਰ ਚੰਗਾ ਇਨਸਾਨ ਬਣਨ ਦੀ। ਪਰ ਮੈਨੂੰ ਤੁਹਾਡੀ ਜਿਹੜੀ ਮਾਨਸਿਕਤਾ 'ਤੇ ਜ਼ਰੂਰ ਤਰਸ ਆਇਆ। ਅੱਗੇ ਨੂੰ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਸੰਪਰਕ ਕਰ ਲਿਆ ਕਰੋ ਉਸ ਪਿੰਡ 'ਚ, ਉਸ ਸ਼ਹਿਰ 'ਚ, ਉਸ ਗਰਾਂ 'ਚ, ਉਸ ਮੁਹੱਲੇ 'ਚ, ਕਿ ਪੋਸਟ ਕੀ ਪਾਉਣੀ ਹੈ। ਅਤੇ ਤੁਹਾਡਾ ਬਹੁਤ 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 ਪਿਆਰ, ਸਤਿਕਾਰ, ਮਾਣ ਦੇ ਨਾਲ ਧੰਨਵਾਦ। ਤੁਸੀਂ ਮੇਰੀ ਪਹਿਲੀ ਵਾਰ ਅੱਜ ਮੈਂ ਲਾਈਵ ਹੋਇਆ ਅਤੇ ਤੁਸੀਂ ਮੇਰੀ ਵਾਚ ਕੀਤਾ ਵੀਡੀਓ ਨੂੰ, ਲਾਈਕ ਸ਼ੇਅਰ ਕਰੋਗੇ ਅਤੇ ਕਮੈਂਟਸ ਮੈਂ ਬਾਅਦ 'ਚੋਂ ਪੜ੍ਹੂੰਗਾ। ਨਾਲ ਬੋਲਦੇ ਹੁੰਦੇ ਨੇ, ਮੈਂ ਮੰਡੀ ਵਾਲਾ ਦੀਪ ਵੀ ਦੇਖ ਰਿਹਾ ਸੀਗਾ,
ਤੇ ਰਣਵੀਰ ਰਾਣਾ ਵੀ ਵਾਚ ਕਰ ਰਿਹਾ, ਹੀ ਇਜ਼ ਵਾਚਿੰਗ, ਸਿਮਰਨ ਰਤਨ। ਤੇ ਵੀਰੋ, ਆਪਦਾ ਖਿਆਲ ਰੱਖਿਓ, ਆਪਦੀ ਸਿਹਤ ਦਾ ਖਿਆਲ ਰੱਖਿਓ। ਲੋਕਡਾਊਨ ਹੌਲੀ ਹੌਲੀ ਕਰਕੇ ਖੁੱਲ੍ਹ ਰਿਹਾ ਹੈ। ਮੈਨੂੰ ਪ੍ਰੈਸ ਰਿਪੋਰਟਰ ਸਾਹਿਬਾਨਾਂ ਨੇ ਦੱਸਿਆ ਕਿ ਲੋਕਡਾਊਨ ਖੁੱਲ੍ਹ ਗਿਆ ਕਾਫੀ ਹੱਦ ਤੱਕ। ਰੈੱਡ ਜ਼ੋਨ, ਔਰੇਂਜ ਅਤੇ ਗਰੀਨ ਦਾ ਖਿਆਲ ਰੱਖਿਓ, ਆਪਦੀ ਸਿਹਤ ਦਾ ਖਿਆਲ ਰੱਖਿਓ। ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਰੱਬ ਕਰੇ ਚੰਗਾ ਗੁਜ਼ਰੇ, ਤੁਸੀਂ ਆਪਦੇ ਧਰਮ 'ਚ ਹੋਰ ਪਰਪੱਕ ਹੋਵੋ, ਹੋਰ ਖੁਸ਼ਹਾਲ ਹੋਵੋ। ਅਤੇ ਬਾਕੀ ਜਦੋਂ ਵੀ ਅੱਗੇ ਤੋਂ ਵੀਡੀਓ ਕੋਈ ਕਮੈਂਟ ਕਰੋ, ਸ਼ੇਅਰ ਕਰੋ, ਤਾਂ ਕਿਸੇ ਨੂੰ ਕਿੰਨਾ ਕੁ ਬੁਰਾ ਲੱਗੂਗਾ ਜਦੋਂ ਤੁਸੀਂ ਗਾਲੀ ਗਲੋਚ ਲਿਖਦੇ ਹੋ, ਮਾੜੇ ਸ਼ਬਦ ਲਿਖਦੇ ਹੋ। ਉਹ ਥੋੜ੍ਹਾ ਜਿਹਾ ਸੋਚ ਕੇ ਲਿਖਿਆ ਕਰੋ, ਕਿਉਂਕਿ ਮੈਨੂੰ ਦੁੱਖ ਲੱਗਿਆ, ਮੈਨੂੰ ਤਰਸ ਆਇਆ, ਤੁਹਾਡੀ ਮਾਨਸਿਕਤਾ 'ਤੇ ਤਰਸ ਆਇਆ, ਔਰ ਮੈਨੂੰ ਪੜ੍ਹਨ 'ਚ ਦੁੱਖ ਲੱਗਿਆ। ਮੇਰੀਆਂ ਧੀਆਂ ਨੇ, ਭੈਣਾਂ ਨੇ ਤੁਹਾਡੀਆਂ ਲਿਖੀਆਂ ਗਾਲਾਂ ਜਦੋਂ ਮੇਰੀ ਫੋਟੋ ਪਾ ਕੇ ਪੜ੍ਹੀਆਂ ਹੋਣਗੀਆਂ, ਉਹਨਾਂ ਨੂੰ ਕਿੰਨਾ ਦੁੱਖ ਲੱਗਿਆ ਹੋਊਗਾ। ਉਹ ਹਜੇ ਮੈਨੂੰ ਬਾਅਦ 'ਚੋਂ ਫੋਨ ਆਉਣਗੇ। ਅਸਲੀ ਗੱਲ ਮੈਂ ਦੁਬਾਰਾ ਦੋ ਟੁੱਕ ਗੱਲ ਕਰਦਿਆਂ, 100 ਹੱਥ ਰੱਸਾ ਸਿਰੇ 'ਤੇ ਗੰਢ, ਕਿ ਤਰਖਾਣ ਮਾਜਰੇ ਵਾਲੇ ਪਰਿਵਾਰ ਦੀਆਂ ਬੱਲੀਆਂ ਚੋਰੀ ਹੋਈਆਂ ਸੀ, ਉਹਨਾਂ ਨੇ ਥਾਣੇ ਰਪਟ ਦਿੱਤੀ, ਬੱਲੀਆਂ ਫੜੀਆਂ ਗਈਆਂ, ਉਹਦੀਆਂ ਫੋਟੋਆਂ ਵੀ ਨੇ, ਥਾਣੇ ਤੋਂ ਬੰਦਾ ਵੀ ਆਇਆ, ਉਹਨੇ ਵੀ ਚੈੱਕ ਕੀਤੀਆਂ। ਉਹਨੇ ਸਮਾਂ ਪਾਇਆ ਤਾ ਕਿ ਸ਼ਾਇਦ ਘਰੇ ਨਿਬੜ ਜੂਗਾ, ਪਿੰਡ 'ਚ ਨਿਬੜ ਜੂਗਾ, ਜਾਂ ਥਾਣੇ 'ਚ ਦੇਖਦੇ ਆ ਕੀ ਕਰਨਾ। ਇੰਨੇ ਨੂੰ ਇਹਨਾਂ ਨੇ ਬੱਲੀਆਂ ਚੱਕ ਕੇ ਖੁਰਦ-ਬੁਰਦ ਕਰਤੀਆਂ, ਅਤੇ ਉਹ ਪਰਚਾ ਰਜਿਸਟਰਡ ਹੋ ਗਿਆ। ਪਰਚਾ ਰਜਿਸਟਰਡ ਹੋਣ ਤੋਂ ਬਾਅਦ ਮੈਂ ਥਾਣੇ ਗਿਆ, ਅਤੇ ਇਹ ਤੁਹਾਡਾ ਹੀ ਹੌਬੀ ਧਾਲੀਵਾਲ ਬਣਾਇਆ ਹੋਇਆ, ਤਾਂ ਮੇਰੇ ਸੰਬੰਧ ਨੇ, ਤਾਂ ਮੈਂ ਪਰਿਵਾਰਾਂ 'ਚ ਜਾਂ ਲੋਕਾਂ 'ਚ ਵਿਚਰਨ ਜੋਗਾ ਹੋਇਆ, ਅਤੇ ਤਾਂ ਹੀ ਮੇਰੇ ਸੰਬੰਧ ਨੇ। ਮੈਂ, ਜੇ ਤੁਸੀਂ ਚੰਗੇ ਹੋ ਤਾਂ ਸਾਰੇ ਚੰਗੇ ਹੋ ਜਾਂਦੇ ਨੇ। ਚੰਗਾ ਲੱਗਿਆ, ਹੁਣ ਮੈਂ ਲਾਈਵ ਹੋ ਜਾਇਆ ਕਰੂੰਗਾ। ਵੈਸੇ ਲੰਬੀ ਹੋ ਗਈ ਗੱਲ। ਜਿਉਂਦੇ ਵਸਦੇ ਰਹੋ, ਆਪਦਾ ਖਿਆਲ ਰੱਖਿਓ, ਔਰ ਆਪਦੇ ਆਪ ਨੂੰ, ਆਪਦੇ ਪਰਿਵਾਰ ਨੂੰ, ਰਿਸ਼ਤਿਆਂ ਨੂੰ ਸੰਭਾਲ ਕੇ ਰੱਖਿਓ। ਉਹ ਚੀਜ਼ਾਂ ਜਿਹੜੀਆਂ ਸਾਤੋਂ ਗੁੰਮ ਹੋ ਗਈਆਂ ਸੀ, ਇਸ ਲੋਕਡਾਊਨ 'ਚ ਵਾਪਸ ਆਈਆਂ ਨੇ। ਰਿਸ਼ਤਿਆਂ ਦੀਆਂ ਤਰੇੜਾਂ ਨੂੰ ਭਰਨ ਦਾ ਚੰਗਾ ਸਮਾਂ ਸੀ, ਤੁਸੀਂ ਤਰੇੜਾਂ ਨੂੰ ਭਰਿਆ ਹੋਊਗਾ, ਰਿਸ਼ਤੇ ਹੋਰ ਗੂੜੇ ਹੋਏ ਹੋਣਗੇ, ਪੰਜਾਬ ਦੇ ਰੰਗ ਹੋਰ ਗੂੜੇ ਹੋਣਗੇ। ਪਾਣੀ ਨੂੰ ਬਚਾ ਲਿਓ, ਧੀਆਂ ਨੂੰ ਬਚਾ ਲਿਓ। ਜਿਉਂਦੇ ਰਹੋ। ਬਹੁਤ ਸਾਰਾ ਪਿਆਰ ਤੁਹਾਨੂੰ। ਲਵ ਯੂ ਆਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।